करम खंड की बाणी जोर, तिथे होर न कोई होर। तिथे जोत महाबल सूर, तिन में राम रहा भरपूर। तिथे सीतो सीता महिमा माय, ताके रूप न कथने जाए। नावे मरे न ठाके जाए, जिनके राम वसै मन माय। तिथे भगत वसे के लो, करे आनंद सच्चा मन सोय। सचखंड वसै निरंकार, कर कर वेखै नदर निहाल। तिथे खंड मंडल वर भंडे, जेको कथे तांत नांत। तिथे लो लो आकार, ज्यों ज्यों हुक्म तिवै त्यों कार। वेखै विगसै कर विचार, नानक कथना करड़ा सार। ਕਰਮ ਖੰਡ ਦੀ ਵਿਚਾਰ। ਕਰਮ ਸ਼ਬਦ ਫਾਰਸੀ ਦਾ ਬਖਸ਼ਿਸ਼ ਦਾ ਖੰਡ, ਚੌਥਾ ਖੰਡ। ਇਸ ਖੰਡ ਦੀ ਬਣਤਰ ਸਾਹਿਬ ਕਹਿੰਦੇ ਨੇ ਬੜੀ ਜ਼ੋਰ ਵਾਲੀ ਹੈ, ਬੜੀ ਪ੍ਰਬਲ ਹੈ। ਕਰਮ ਖੰਡ ਕੀ ਬਾਣੀ ਜ਼ੋਰ, ਇਹ ਬਣਤਰ ਬੜੀ ਜ਼ੋਰ ਵਾਲੀ ਹੈ। ਇੱਥੇ ਬਚਨਾਂ ਵਿੱਚ ਬਰਕਤ ਆ ਜਾਂਦੀ ਹੈ, ਇੱਥੇ ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ, ਇੱਥੇ ਹੱਥਾਂ ਵਿੱਚ ਸਿੱਧੀਆਂ ਆ ਜਾਂਦੀਆਂ ਨੇ। ਸਤਿਗੁਰੂ ਦੀ ਬਾਣੀ ਐਸਾ ਫਰਮਾਨ ਕਰਦੀ ਹੈ, ਹੈਗੇ ਨੇ ਕੁਛ ਐਸੇ ਹੱਥ ਬਿਲਕੁਲ ਬੇਬਰਕਤ ਹੈ। ਜੇ ਉਹ ਕੰਚਨ ਨੂੰ ਹੱਥ ਲਾਵੇ, ਖੇਊ ਸੇਤੀ ਰਲ ਗਿਆ। ਉਹ ਸੋਨੇ ਨੂੰ ਵੀ ਹੱਥ ਲਾਣ ਮਿੱਟੀ ਹੋ ਜਾਂਦਾ ਹੈ, ਪਰ ਹੱਥ ਬਰਕਤ ਵਾਲੇ ਹੋ ਜਾਂਦੇ ਨੇ। ਕਿਉਂ? ਉਹ ਬਣਤਰ ਬੜੀ ਜ਼ੋਰ ਵਾਲੀ ਹੈ। ਬੋਲਾਂ ਵਿੱਚ ਬਰਕਤ, ਹੱਥਾਂ ਵਿੱਚ ਬਰਕਤ, ਕਦਮਾਂ ਵਿੱਚ ਬਰਕਤ। ਇਹਦੇ ਕਦਮਾਂ ਦੇ ਨਾਲ ਕ੍ਰਾਂਤੀਆਂ ਜਨਮ ਲੈਣਗੀਆਂ। ਜਿੱਥੇ ਜਿੱਥੇ ਇਸਦੇ ਕਦਮ ਪੈਣਗੇ, ਕਰਮਖੰਡ ਬਰਕਤ ਵਾਲੀ ਹੈ। ਪੁਰਸ਼ ਦੇ ਲਾਜ਼ਮੀ ਕੁਛ ਨਾ ਕੁਛ ਪਲਟਾ ਆਵੇਗਾ, ਧਾਰਮਿਕ ਮਾਹੌਲ ਦੀ ਤਬਦੀਲੀ ਹੋਵੇਗੀ, ਲੋਕਾਂ 'ਚ ਜਾਗਰਤੀ ਪੈਦਾ ਹੋਵੇਗੀ। जिसके अंतर बसे निरंकार, तिसकी सीख तरे संसार। धन गुरु अर्जन देव जी महाराज ते ऐसा फरमान करते ने, मेरे हाथ पदम आंगन सुख बासना। भिरगू दा कहना है, जो अवतारी पुरुष होंदा है, पूर्ण संत होंदा है, उसदे हथ दे या पैरां दे प्राकृतिक नियम के मुताबिक पदम बन जाता है, एक चिन्ह बन जाता है, कमल जैसी रेखा बन जाती है। ये भृगु दा अपना ज्ञान, पंडित सी, ज्योतिषी सी, खगोल शास्त्री सी, बड़ा विद्वान सी। कहते ने श्री कृष्ण दे चरनां च पदम सी, गुरु नानक दे चरनां च पदम सी, धन गुरु अमरदास जी महाराज दे चरनां च पदम सी। पर धन गुरु अर्जन देव जी महाराज जिस पदम का जिक्र कर रहे हैं, वो ये है कि जद कोई कर्म खंड विच पहुंच जाता है, वो बनतर बड़ी जोर वाली है। उस मनुख के हथ बड़े मजबूत हो जाते हैं। उहदे हथ जिस कम नूं छुवन के सिरे चढ़ेगा, उहदे पैर जिस पासे जाणगे क्रांतियां जन्म लैणगे, उहदे बचनां विच भी सत्या होवेगी, ਉਹਦੇ ਬੋਲਾਂ ਵਿੱਚ ਵੀ ਬਰਕਤ ਹੋਵੇਗੀ, ਉਹਦੇ ਕੋਲ ਵਾਕ ਸਿੱਧੀ ਹੋਵੇਗੀ। वो जो बोलेगा हो जाएगा। ऐसे हथ देखे ने, वो कदम एक चलन, हथ एक अगे करन, बिघन करोड़ां पैंदे ने,
ਕੋਟ ਬਿਘਨ ਤਿਸ ਲਾਗਤੇ, ਜਿਸਨੂੰ ਬਿਸਰੇ ਨਾਉ, ਨਾਨਕ ਅਨ ਦਿਨ ਬਿਲਪਤੇ, ਜਿਉ ਸੁਣੇ ਘਰ ਕਾਉ। ਪਰ ਐਸੇ ਵੀ ਪੁਰਸ਼ ਨੇ ਬਿਘਨ ਬਿਨਾਸਨ, ਸਭ ਦੁੱਖ ਨਾਸਨ, ਸਤਿਗੁਰ ਨਾਮ ਦਰਾਇਆ। ਜਦ ਨਾਮ ਦੇ 'ਚ ਦ੍ਰਿੜਤਾ ਹੋ ਜਾਂਦੀ ਹੈ ਤਾਂ ਬਾਣੀ ਬੜੀ ਬਰਕਤਾਂ ਵਾਲੀ ਹੋ ਜਾਂਦੀ ਹੈ, ਹੱਥਾਂ 'ਚ ਬੜੀਆਂ ਬਰਕਤਾਂ ਆ ਜਾਂਦੀਆਂ ਨੇ, ਕਦਮਾਂ ਦੇ 'ਚ ਕ੍ਰਾਂਤੀ ਆ ਜਾਂਦੀ ਹੈ। ਤਾਂ ਸਾਹਿਬ ਕਹਿੰਦੇ ਨੇ ਇਹ ਕਰਮ ਖੰਡ, ਇਹ ਬਖਸ਼ਿਸ਼ ਵਾਲੇ ਖੰਡ ਦੀ ਜਿਹੜੀ ਬਣਤਰ ਹੈ ਬੜੇ ਜ਼ੋਰਾਂ ਵਾਲੀ ਹੈ। ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਉਸ ਅਵਸਥਾ ਵਿੱਚ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਨਹੀਂ, ਔਰ ਉਸ ਦਾ ਸਾਰਾ ਸਰੂਪ ਮੇਰੇ ਪਾਤਸ਼ਾਹ ਇਸ ਤਰ੍ਹਾਂ ਚਿੱਤਦੇ ਨੇ, ਤਿੱਥੇ ਜੋਧ ਮਹਾ ਬਲ ਸੂਰ। ਇਸ ਅਵਸਥਾ ਵਿੱਚ ਕੋਈ ਪਹੁੰਚਦੇ ਨੇ ਜੋਧੇ, ਕੋਈ ਮਹਾਬਲੀ, ਕੋਈ ਸੂਰਬੀਰ। 3 ਦਫਾ ਕਿਸੇ ਹੱਦ ਤੱਕ ਇੱਕੋ ਹੀ ਅਰਥਾਂ ਦਾ ਸ਼ਬਦ ਵਰਤਿਆ, ਤਿੱਥੇ ਜੋਧ ਮਹਾਬਲ ਸੂਰ। ਉੱਥੇ ਪਹੁੰਚਦੇ ਨੇ ਮਹਾਨ ਜੋਧੇ, ਮਹਾਨ ਬਲੀ, ਮਹਾਨ ਸੂਰਬੀਰ। ਐਸਾ ਕਿਉਂ ਆਖਿਆ? ਦਰਅਸਲ 2 ਤਰ੍ਹਾਂ ਦੀ ਹੀ ਸੂਰਮਤਾਈ ਹੈ। ਇੱਕ ਬਾਹਰੋਂ ਕਿਸੇ ਨੂੰ ਜਿੱਤਣਾ, ਔਰ ਇੱਕ ਹੈ ਆਪਣੇ ਆਪ ਨੂੰ ਜਿੱਤਣਾ, ਆਪਣੇ ਮਨ ਨੂੰ ਜਿੱਤਣਾ। ਦੂਜੇ ਨੂੰ ਜਿੱਤਣ ਵਾਸਤੇ ਵਿਦਵਾਨਾਂ ਨੇ 4 ਗੁਣ ਮੰਨੇ ਨੇ, ਚਾਣਕ ਨੇ, ਬਿਦਰ ਨੇ ਔਰ ਭਰਤਰੀ ਨੇ। ਉਹ ਕਹਿੰਦੇ ਨੇ ਸ਼ਾਮ, ਦਾਮ, ਡੰਡ, ਭੇਦ। ਅਗਲੇ ਦੇ ਸ਼ਰਨੀ ਪੈ ਜਾਓ, ਪੈਰੀ ਪੈ ਜਾਓ ਔਰ ਉਹਦੇ ਪੈਰਾਂ ਨੂੰ ਰੋਕ ਦਿਓ। ਇਸ ਤਰ੍ਹਾਂ ਦੂਜੇ ਨੂੰ ਜਿੱਤੋ। ਪਰ ਸ਼ਰਨੀ ਪੈ ਗਿਆ ਤਾਂ ਉਸਨੇ ਪੈਰ ਨਹੀਂ ਰੋਕੇ। ਦਾਮ, ਹੁਣ ਕੁਛ ਉਸਦੇ ਹੱਥਾਂ 'ਚ ਪਕੜਾ ਦਿਓ, ਕੁਛ ਉਸਨੂੰ ਦੇ ਦਿਓ ਤੇ ਉਸਦੇ ਹੱਥ ਰੋਕ ਦਿਓ। ਪਰ ਜੇ ਉਹ ਆਪਣੇ ਆਪ ਨੂੰ ਬਿਕਾਊ ਨਾ ਸਮਝੇ, ਦਾਮ ਵੀ ਉਸਨੂੰ ਨਾ ਰੋਕ ਸਕਣ, ਤਾਂ ਦੰਡ ਸਜ਼ਾ ਦਿਓ, ਲੜੋ ਉਸ ਨਾਲ, ਸਜ਼ਾ ਦਿਓ। ਪਰ ਦੰਡ ਦੇ ਕੇ ਵੀ ਉਹ ਕਾਬੂ ਦੇ 'ਚ ਨਹੀਂ ਆਇਆ ਤੋ ਭੇਦ, ਹੁਣ ਪਾੜੋ ਉਸਨੂੰ, ਹੁਣ ਭੇਦ ਕਰੋ, ਹੁਣ ਉਸਦੀ ਸ਼ਕਤੀ ਨੂੰ ਵੰਡੋ, ਤਕਸੀਮ ਕਰ ਦਿਓ। ਹੁਣ ਜਿਤਨੇ ਬਾਹੂਬਲ ਹੋਵਨ ਇਹਨਾਂ ਬਾਹਾਂ ਨੂੰ ਅਲੱਗ ਅਲੱਗ ਕਰ ਦਿਓ। ਸ਼ਾਮ, ਦਾਮ, ਦੰਡ, ਭੇਦ। ਪਰ ਆਪਣੇ ਆਪ ਨੂੰ ਜਿੱਤਣਾ ਹੈ ਤੇ 2 ਹੀ ਗੁਣ ਚਾਹੀਦੇ ਨੇ, ਸੰਤੋਖ ਤੇ ਦਇਆ। ਆਪਣੇ ਵਿੱਚ ਸੰਤੁਸ਼ਟੀ, ਦੂਸਰਿਆਂ ਤੇ ਦਇਆ। ਇਸ ਨਾਲ ਮਨ ਕਾਬੂ ਤੇ ਆਉਂਦਾ ਹੈ। ਜਦ ਆਪਣੇ ਵਿੱਚ ਸੰਤੁਸ਼ਟੀ ਹੋਵੇ ਤਾਂ ਪ੍ਰਭੂ ਦਾ ਜਪ ਚੱਲਦਾ ਹੈ, ਤੇ ਜਦ ਦੂਸਰੇ ਤੇ ਦਇਆ ਹੋਵੇ ਤਾਂ ਸੇਵਾ ਭਾਵ ਪੈਦਾ ਹੁੰਦਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਜੋ ਸੰਤੁਸ਼ਟ ਨੇ, ਜੋ ਦਿਆਲੂ ਨੇ, ਉਹ ਨੇ ਜੋ ਮਹਾਬਲੀ ਨੇ, ਜੋਧੇ ਨੇ, ਸੂਰਬੀਰ ਨੇ, ਜੋ ਇਸ ਚੌਥੀ ਅਵਸਥਾ ਵਿੱਚ ਪਹੁੰਚੇ ਨੇ, ਬਖਸ਼ਿਸ਼ ਦੇ ਖੰਡ ਵਿੱਚ ਪਹੁੰਚੇ ਨੇ। ਤਿੱਥੇ ਜੋਧ ਮਹਾਬਲ ਸੂਰ, ਤਿਨ ਮੇ ਰਾਮ ਰਿਹਾ ਭਰਪੂਰ। ਐਸੇ ਜਿਹੜੇ ਪੁਰਸ਼ ਨੇ ਉਹਨਾਂ ਦੇ ਰੋਮ ਰੋਮ ਦੇ 'ਚ ਰਾਮ ਹੈ। ਪ੍ਰਮਾਤਮਾ ਉਹਨਾਂ ਦੇ 'ਚ ਭਰਪੂਰ ਰੂਪ ਵਿੱਚ ਵਿਆਪਕ ਹੈ। ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਤਾਂ ਕੇ ਰੂਪ ਨਾ ਕਥਨੇ ਜਾਏ। ਉੱਥੇ ਉਹਨਾਂ ਦਾ ਮਨ ਪ੍ਰਭੂ ਦੀ ਮਹਿਮਾ ਵਿੱਚ ਓਤ ਪ੍ਰੋਤ ਹੈ, ਸੀਤਾ ਹੋਇਆ ਹੈ, ਭਾਵ ਓਤ ਪ੍ਰੋਤ ਹੈ, ਇੱਕ ਮਿਕ ਹੋ ਗਿਆ। ਮਹਿਮਾ ਗਾਉਂਦਿਆਂ ਗਾਉਂਦਿਆਂ ਮਹਿਮਾ ਦਾ ਰੂਪ ਹੋ ਗਿਆ। ਪ੍ਰਭੂ ਦੀ ਉਸਤਤੀ ਕਰਦਿਆਂ ਕਰਦਿਆਂ ਪ੍ਰਭੂ ਦਾ ਰੂਪ ਹੋ ਗਿਆ। ਇਸ ਵਾਸਤੇ ਸਾਹਿਬ ਕਹਿੰਦੇ ਨੇ ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਤਾਂ ਕਿ ਰੂਪ ਨਾ ਕਥਨੇ ਜਾਏ। ਪਰ ਐਸੇ ਪੁਰਸ਼ ਜੋ ਮਹਿਮਾ ਗਾਇਨ ਕਰਦਿਆਂ ਕਰਦਿਆਂ ਓਤ ਪ੍ਰੋਤ ਹੋਏ, ਸੀਤੇ ਗਏ, ਪ੍ਰਭੂ ਵਿੱਚ ਇੱਕ ਮਿਕ ਹੋ ਗਏ, ਉਹਨਾਂ ਦਾ ਰੂਪ
ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਅਤੀ ਸੁੰਦਰ ਹੋ ਜਾਂਦੇ ਨੇ। ਉਹਨਾਂ ਦੇ ਚਿਹਰੇ 'ਤੇ ਅਤੀ ਪਵਿੱਤਰਤਾ ਝਲਕਦੀ ਹੈ। ਉਹਨਾਂ ਦੀਆਂ ਅੱਖਾਂ ਵਿੱਚ ਬੜੀ ਮਾਸੂਮੀਅਤ ਝਲਕਦੀ ਹੈ। ਉਹਨਾਂ ਦਾ ਚਿਹਰਾ ਬਹੁਤ ਵੱਡੀ ਲੱਜਾਸ਼ੀਲ ਤੇ ਸ਼ਰਮ ਨੂੰ ਚਿਹਰੇ 'ਤੇ ਪ੍ਰਗਟ ਕਰਦਾ ਹੈ। ਭਾਵ ਦੈਵੀ ਗੁਣ ਉਹਨਾਂ ਦੇ ਚਿਹਰੇ ਤੋਂ ਜੋ ਹੈ ਝਲਕਦੇ ਨੇ, ਔਰ ਉਹਨਾਂ ਦੇ ਚਿਹਰੇ ਬਹੁਤ ਸੁੰਦਰ, ਬਹੁਤ ਸੁੰਦਰ। ਸਾਹਿਬ ਕਹਿੰਦੇ ਨਾ ਉਹ ਮਰੇ ਨਾ ਠਾਕੇ ਜਾਏ। ਉਹਨਾਂ ਨੂੰ ਸਦੀਵੀ ਜੀਵਨ ਨਸੀਬ ਹੋ ਜਾਂਦਾ ਹੈ। ਉਹ ਮਰਦੇ ਨਹੀਂ ਤੇ ਨਾ ਹੀ ਅਧਿਆਤਮਕ ਮਾਰਗ ਦੇ ਠੱਗੇ ਜਾਂਦੇ ਨੇ। ਨਾ ਉਹਨਾਂ ਨੂੰ ਕ੍ਰੋਧ ਠੱਗ ਸਕਦਾ ਹੈ, ਨਾ ਉਹਨਾਂ ਨੂੰ ਹੰਕਾਰ ਠੱਗ ਸਕਦਾ ਹੈ, ਨਾ ਉਹਨਾਂ ਨੂੰ ਮੋਹ ਠੱਗ ਸਕਦਾ ਹੈ। ਉਹਨਾਂ ਦੀ ਅਧਿਆਤਮਕ ਮੌਤ ਨਹੀਂ ਆਉਂਦੀ। ਮੌਤ ਕਈ ਤਰ੍ਹਾਂ ਦੀ ਹੈ। ਚਲਦੇ ਸਵਾਸ ਰੁਕ ਜਾਣ ਤੇ ਸਰੀਰਕ ਮੌਤ ਹੈ, ਪਰ ਚਲਦੇ ਵਿਚਾਰ ਰੁਕ ਜਾਣ ਤੇ ਮਾਨਸਿਕ ਮੌਤ ਹੈ। ਜੈਸੇ ਪਾਗਲ, ਉਹਦੇ 'ਚ ਵਿਚਾਰ ਇੱਕੋ ਹੀ ਥਾਂ ਤੇ ਰੁਕ ਜਾਂਦੇ ਨੇ, ਚਲਦੇ ਨੇ, ਉਹਨੂੰ ਅਸੀਂ ਪਾਗਲ ਕਹਿੰਦੇ ਹਾਂ। ਮਾਨਸਿਕ ਮੌਤ ਹੋ ਗਈ ਹੈ। ਆਉਂਦਾ ਹੋਇਆ ਧਨ ਰੁਕ ਜਾਏ, ਕੋਲ ਜੋ ਹੈ ਸਾਰਾ ਚਲਾ ਜਾਏ, ਆਰਥਿਕ ਮੌਤ ਹੈ। ਮਿਲੀ ਹੋਈ ਪ੍ਰਤਿਸ਼ਠਾ ਚਲੀ ਜਾਏ, ਮਿਲਦਾ ਹੋਇਆ ਸਮਰਥਨ ਪਬਲਿਕ ਵਾਪਸ ਲੈ ਲੈ, ਤਾਂ ਰਾਜਨੈਤਿਕ ਮੌਤ ਹੋ ਜਾਂਦੀ ਹੈ। ਕੋਈ ਧੱਬਾ ਤੇ ਕਲੰਕ ਲੱਗ ਜਾਏ ਤੇ ਬਣੀ ਹੋਈ ਪ੍ਰਤਿਸ਼ਠਾ ਖਤਮ ਹੋ ਜਾਏ, ਸਮਾਜਿਕ ਮੌਤ ਹੋ ਜਾਂਦੀ ਹੈ। ਪ੍ਰਭੂ ਦਾ ਜਪ ਚਲੇ ਤਾਂ ਰੂਹਾਨੀ ਜ਼ਿੰਦਗੀ ਹੈ, ਨਾ ਚਲੇ ਤਾਂ ਰੂਹਾਨੀ ਮੌਤ ਹੋ ਜਾਂਦੀ ਹੈ। ਆਖਾਂ ਜੀਵਾਂ ਬਿਸਰੇ ਮਰ ਜਾਓ, ਮਰਣੰ ਬਿਸਰੰ ਗੋਬਿੰਦੇ, ਜੀਵਣੰ ਹਰ ਨਾਮ ਦੇ ਆਵਣੇ। ਸਾਹਿਬ ਕਹਿੰਦੇ ਨੇ ਉਹ ਮਰਦੇ ਨਹੀਂ, ਕਿਉਂਕਿ ਉਹਨਾਂ ਨੂੰ ਪ੍ਰਭੂ ਭੁੱਲਦਾ ਨਹੀਂ। ਉਹ ਪ੍ਰਮਾਤਮਾ ਵਿੱਚ ਇਕਮਿਕ ਹੋਏ ਬੈਠੇ ਹੁੰਦੇ ਨੇ। ਨਾ ਉਹ ਮਰੇ ਨਾ ਠਾਕੇ ਜਾਏ। ਉਹਨਾਂ ਨੂੰ ਕੋਈ ਠਾਕ ਨਹੀਂ ਪੈਂਦੀ, ਕੋਈ ਰੋਕ ਨਹੀਂ ਪੈਂਦੀ। ਉਹ ਠੱਗੇ ਨਹੀਂ ਜਾਂਦੇ। ਭਾਵ ਕ੍ਰੋਧ ਉਹਨਾਂ ਦੀ ਬਿਰਤੀ ਨੂੰ ਰੋਕ ਨਹੀਂ ਸਕਦਾ, ਹੰਕਾਰ ਰੋਕ ਨਹੀਂ ਸਕਦਾ, ਲੋਭ ਰੋਕ ਨਹੀਂ ਸਕਦਾ, ਕਾਮ ਰੋਕ ਨਹੀਂ ਸਕਦਾ, ਮੋਹ ਰੋਕ ਨਹੀਂ ਸਕਦਾ। ਉਹ ਇਹਨਾਂ ਸਾਰਿਆਂ ਨੂੰ ਪਛਾੜ ਕੇ ਅੱਗੇ ਲੰਘ ਜਾਂਦੇ ਨੇ। ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀਰੇ। ਨਾ ਹੋਏ ਮਰੇ ਨਾ ਠਾਕੇ ਜਾਏ, ਜਿਨ ਕੇ ਰਾਮ ਵਸੇ ਮਨ ਮਾਏ। ਉਹਨਾਂ ਦੇ ਮਨ ਵਿੱਚ ਬਸ ਰਾਮ ਹੀ ਵਸਦਾ ਹੈ। ਰਾਮ ਦੀ ਹੀ ਯਾਦ, ਰਾਮ ਦਾ ਹੀ ਚਿੰਤਨ, ਰਾਮ ਦੇ ਹੀ ਵਿਚਾਰ, ਰਾਮ ਦੀ ਹੀ ਸੋਚਣੀ ਉਹਨਾਂ ਦੇ ਅੰਦਰ ਜੋ ਹੈ ਚੱਲਦੀ ਹੈ। ਇਸ ਅਵਸਥਾ ਦੇ ਜਦ ਉਹ ਪਹੁੰਚਦੇ ਨੇ ਤੇ ਉਹਨਾਂ ਨੂੰ ਇਹ ਵੀ ਪਤਾ ਚੱਲਦਾ ਹੈ, ਤਿੱਥੇ ਭਗਤ ਵਸੇ ਕਹਿ ਲੋਏ। ਇਸ ਅਵਸਥਾ ਵਿੱਚ ਕਈ ਲੋਕਾਂ ਦੇ ਭਗਤ ਵਸ ਰਹੇ ਨੇ। ਭਾਵ ਇਹੋ ਜਿਹੀਆਂ ਦੀ ਅਵਸਥਾ ਤੇ ਕਈ ਤਰ੍ਹਾਂ ਦੇ ਜੀਵ, ਕਈ ਤਰ੍ਹਾਂ ਦੇ ਮਨੁੱਖ ਭਗਤ ਜੋ ਵੱਖ-ਵੱਖ ਲੋਕਾਂ ਵਿੱਚ ਰਹਿੰਦੇ ਨੇ, ਇਸ ਅਵਸਥਾ ਨੂੰ ਪ੍ਰਾਪਤ ਕਰੀ ਬੈਠੇ ਨੇ। ਕਰੇ ਆਨੰਦ ਸੱਚਾ ਮਨ ਸੋਏ, ਔਰ ਉਹ ਆਪਣੇ ਮਨ ਵਿੱਚ ਆਨੰਦਮਈ ਹੁੰਦੇ ਨੇ, ਸੁਭਾਏਮਾਨ ਹੁੰਦੇ ਨੇ। ਉਹਨਾਂ ਦੇ ਮਨ ਵਿੱਚ ਪਰਮਾਤਮਾ ਦੀ ਵਡਿਆਈ ਹੁੰਦੀ ਹੈ, ਆਨੰਦ ਹੁੰਦਾ ਹੈ। ਔਰ ਇਸ ਅਵਸਥਾ ਵਿੱਚ ਪਹੁੰਚ ਕੇ ਉਹਨਾਂ ਨੂੰ ਐਸਾ ਮਹਿਸੂਸ ਹੁੰਦਾ ਹੈ, ਹੋਰ ਵੀ ਕਈ ਲੋਕਾਂ ਦੇ, ਹੋਰ ਕਈ ਪ੍ਰਿਥਵੀਆਂ ਦੇ ਮਨੁੱਖ ਵੀ, ਜੀਵ ਵੀ ਇਸ ਅਵਸਥਾ ਵਿੱਚ ਜੀ ਰਹੇ ਨੇ। ਭਾਵ ਇਸ ਆਨੰਦ ਨੂੰ ਮਾਣ ਰਹੇ ਨੇ, ਸੁਭਾਏਮਾਨ ਹੋ ਰਹੇ ਨੇ। ਇਹ ਤੇ ਹੈ ਬਖਸ਼ਿਸ਼ ਦਾ ਖੰਡ, ਚੌਥਾ ਖੰਡ। ਹੁਣ ਪੰਜਵਾਂ ਖੰਡ ਧਰਮ ਖੰਡ ਤੋਂ ਗੱਲ ਆਰੰਭ ਹੋਈ। ਸੱਚਖੰਡ ਤੇ ਮੇਰੇ ਪਾਤਸ਼ਾਹ ਸਮਾਪਤ ਕਰਦੇ ਨੇ ਤੇ ਸੱਚਖੰਡ ਦੀ ਵਿਆਖਿਆ ਇਸ ਤਰ੍ਹਾਂ। ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂਤ ਨ ਅੰਤ। ਤਿੱਥੇ ਲੋ ਲੋ ਆਕਾਰ, ਜਿਉ ਜਿਉ ਹੁਕਮ ਤਿਵੇਂ ਤਿਉ ਕਾਰ। ਵੇਖੈ ਵਿਗਸੇ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਸੱਚਖੰਡ ਵਸੇ ਨਿਰੰਕਾਰ। ਇਸ ਪੰਜਵੀਂ ਅਵਸਥਾ ਵਿੱਚ ਸੱਚਖੰਡ ਦੇ ਤੇ ਉਹ ਸੱਚ ਦਾ ਸਰੂਪ ਹੋ ਜਾਂਦੇ ਨੇ। ਨਿਰੰਕਾਰ ਵਿੱਚ ਲੀਨ ਹੋ ਕੇ ਨਿਰੰਕਾਰ ਹੋ ਜਾਂਦੇ ਨੇ, ਸੱਚ ਦਾ ਹੀ ਰੂਪ ਹੋ ਜਾਂਦੇ ਨੇ। ਜਿਸ ਨੂੰ ਭਗਤ ਕਬੀਰ ਕਹਿੰਦੇ ਨੇ,
अब तो जाए चढ़े सिंहासन, मिले हैं सारंग पानी। राम कबीरा एक भय है, कोई न सके पछानी। संतन संग कबीरा बिगड़्यो, सो कबीर राम होए निबर्यो। नामे नारायण नहीं भेद। इत्थे बूंद सागर हो जाती है। हुण बूंद ते सागर विच भेद नहीं रह जाता। इत्थे ते सूरज किरण मिले, जल का जल हुआ राम। ज्योति ज्योत रवि, संपूर्ण थी आराम। बूंद दी यात्रा उस दिन सफल हो गई जिस दिन वो सागर तक पहुंच गई। जीवन धारा जीवन यात्रा उस दिन सफल हो गई जदों सच तक पहुंच गई ते सच दा रूप हो गई। एक बोए हुए बीज दी यात्रा उस दिन सफल हो जाती है जिस दिन वो फल तक अपड़ जाता है। वगदी हुई सरिता जो अनंत बूंदां दा पसारा है, इस बूंद दी यात्रा उस दिन सफल हो गई जिस दिन पहुंच गई सागर तक। जीवन धारा जीवन यात्रा उस दिन सफल होती है जिस दिन पहुंच गई सच तक। और सच तक पहुंचदे आई यात्रा संपूर्ण हुई सफल। सफल भई सफल यात्रा, आवण जान रहे मिले सादा। आवणे जावणे मुक गए। यात्रा सफल हो गई, संपूर्ण हो गई। सच खंड वसे निरंकार, कर कर वेखे नदर निहाल। इस अवस्था विच परमात्मा अपनी दृष्टि नाल वेखदा है और निहाल करदा है, सबनों प्रसन्न करदा है और अपनी साजी हुई इस दुनिया नूं जो पंज खंडां विच विचर रही है निहाल करदा है, माला माल करदा है। इस अवस्था विच पहुंचे हुए प्राणी नूं ऐसा महसूस होंदा है तिथे खंड मंडल बरमंड, पता नहीं कितने ब्रह्मंड मेरे विच ने और मैं कितने ब्रह्मंडां दा भ्रमण कर रहा। कितने मंडल कितने खंड मेरे विच ने और मैं कितने खंडां दा भ्रमण कर रहा। भगत रविदास इसका इंज जिक्र करते हैं, ज्यों ज्यों सैर करे त्यों भावे, महरम महल ना को अटकावे। हुण जिवें जिवें मैं चाहता मैं उन्हां खंडां ब्रह्मंडां चला जाना, मैनू कोई रोक नहीं, मैनू कोई टोक नहीं, किसी तरह की रुकावट नहीं। हुण बूंद जद सागर दे लीन हो गई तो सारे सागर दे भ्रमण करेगी। हुण सारा ही सागर ओ हो गई। जिस दिन शरीर का बंधन टुट जाता है, जोत दे जोत एकमिक हो जाती है, तो फिर वो सारा ब्रह्मंड का स्वरूप हो जाता है और सारे ब्रह्मंड उस विच प्रतीत होए जापदे ने। महाराज कहते तिथे खंड मंडल वरबंड, जे को कथे ता अंत ना अंत। अगर कोई उस अवस्था का कथन करना चाहे तो इस ढंग नाल ही कथन कर सकेगा, अंत ना अंत। अंत नहीं पाया जा सकता, अंत नहीं पाया जा सकता, अंत नहीं पाया जा सकता। तिथे लो लो आकार, जिम जिम हुक्म तिवें तिमकार। इस अवस्था विच पहुंच के यह भी समझ आ जाती है, अनंत लोक ने, वख वख आकारां वाले जीव ने और परमात्मा विच लीन होके आनंद मान रहे ने। अनंत पृथ्वियां ने और अनंत तरह के उत्थे जीव ने। जिमें जिमें प्रभु ने उन्हों की जीवन की मर्यादा बना दी है, जिमें जिमें उन्होंने उत्ते हुक्म है, तिवें तिवें वो जीव कार करी जा रहे हैं, तिवें तिवें वो कर्म करी जा रहे हैं। तिथे लो लो आकार, ज्यों ज्यों हुक्म तिवें त्यों कार। वेखे विकसे कर विचार, नानक कथना करड़ा सार। इस सारे पसारे नूं परमात्मा वेखदा है ते विकसदा है। विकास उसका स्वरूप है, आनंद उसका स्वभाव है, विकास उसकी होंद है, उते आनंद है। सत चित आनंद, वो सत है, वो चित चेतन है और वो आनंद स्वरूप है। आनंद उसका स्वभाव है। गुरु घर विच सत्संग विच आनंद साहब का पाठ अखीर विच आउंदा है, लाजमी होंदा है। पहले कीर्तन होंदा है,
कथा होंदी है, होर पूजा पाठ होंदा है, लेकिन अखीर विच पढ़दे ने आनंद। कीर्तन इस वास्ते करना है आनंद मिले, कथा इस वास्ते करनी है आनंद मिले, सत्संग विच इस वास्ते आवना है आनंद मिले, पाठ पूजा इस वास्ते करनी है आनंद मिले। आनंद एक ऐसी अवस्था है जिसके विपरीत अवस्था दूसरी नहीं है। सच जो है सुख के मुकाबले ते दुख है। इस वास्ते उस अवस्था दे सुख नहीं, क्योंकि हर सुख दुख दे बदल जाता है। और सुख संसार तो मिल सकता है, फिर दुख भी मिलता है। सुख परिवार तो मिल सकता है, फिर दुख भी मिलता है। सुख धन तो मिल सकता है, फिर दुख भी मिलता है। पर आनंद ते सीधा परमात्मा तो मिलता है। और चूंकि सीधा परमात्मा तो मिलता है, परमात्मा एक और उसके सुभाव दे एकता है, सीधा ही आनंद जिसनों प्राप्त हो जाता है। आनंद के विपरीत दूसरी अवस्था नहीं है, दूसरे हालात नहीं ने। विगास परमात्मा का सुभाव है, खेड़ा परमात्मा का सुभाव है, रस परमात्मा का सुभाव है। वेखे विकसे कर विचार, नानक कथना करड़ा सार। पर इस अवस्था का बयान करना इस तरह कथन है, इस तरह औखा है, इतना करड़ा है जिवें कि लोहा। तो जिवें हुण लोहे नूं दंदां नाल चबाईए नहीं चबा सकते, इन्हां दंदां दे जिहड़ी जबान है इस अवस्था का कथन करे नहीं कर सकती, नहीं कर सकती। भगत कबीर कहते ने, जैसे इस अवस्था की मैनू प्राप्ति हुई तो मेरी हालत की बनी। गूंगा हुआ बावरा, बहरा हुआ कान, पांव ते पिंगल भया, मारिया सतगुर बाण। सतगुर दी बाणी दा बाण की लग्या। और इस बाणी ने जो बनतर बनाई है वो ये बनाई है, मैं गूंगा हो गया। भाव जबान बयान नहीं कर सकती उस रस नो, उस आनंद नो। इतना वड्डा आनंद और उसके सामने ये जबान इतनी छोटी नहीं कुछ कह सकती। मीरा ने भी इस संबंध बड़ा एक सुंदर दोहा आख्या है, श्याम रूप किम कहो बखानी, गिरा अनैन नैन बिन बानी। मैं उस परिपूर्ण परमात्मा के स्वरूप का किस तरह बयान करा। अखां ने वेख्या है पर अखां कोल जबान नहीं है। जबान कह रही है पर जबान दे कोल अखां कोई नहीं। जबान कथन ते कर रही है पर इसने वेख्या नहीं, इस वास्ते कथनी अधूरी है। अखां ने वेख्या ते है पर कह नहीं सकदियां, कुछ बयान नहीं कर सकदियां, इन्हां कोल जबान नहीं है। भाव मेरा निराले ढंग नाल कह रही है, अकथ कथा है हर की, अकथ कथा है निरारी। तुल नहीं चढ़े जाए ना मुकाती, हल्की लगे ना भारी। उस सचखंड दे जद कोई पहुंच जाता है तो कबीर इंज बयान करते हैं, गूंगा हुआ बावरा। ये मनुख सचखंडी है। किस तरह पहचान करोगे? प्रथम ते वो अपनी असमर्था जाहिर करेगा, मैं इस अवस्था नूं बयान नहीं कर सकता, नहीं कह सकता, नहीं कह सकता। बावरा कहते ने भोले नूं, ते भोले तो मुराद अंदरों बाहरों एक हो जाएगा। चलाक असी उसनूं कहते हैं जो बाहरों कुछ होर होवे, अंदरों कुछ होर होवे। धन गुरु गोबिंद सिंह जी महाराज ते कहते मैं उसनूं मनुख ही नहीं मनदा जो बाहरों कुछ होर है, अंदरों कुछ होर है। हमू मर्द बायद शबद सुख नवर, न शिकमे दिगर दरदाहाने दिगर। अंदर कुछ होर है ते बाहरों कुछ होर है, ये मर्द नहीं है। मर्द ते ओ है जो अंदरों बाहरों एक है। भोला अंदरों बाहरों एक होंदा है। बच्चे भोले होंदे ने, संत भोले होंदे ने, बच्चियां दे समान हो सकते ने, बच्चियां समान हो जाते ने। भोला मनुख ठगा ते सकदा है और कई दफा जानबूझ के ठगावेगा। दूजे ते तरस है, ठग ते भी तरस है, लेकिन ठग नहीं सकता किसी को, क्योंकि जिस ते तरस आ रहा है, जिस नाल प्रेम है, हुण ठगना बड़ा औखा है। चलाक बंदा ठग ते सकदा है, ठगा नहीं सकता। भोला मनुख ठगा ते सकदा है, ठग नहीं सकता। तो कबीर कहते गूंगा हो गया, भोला हो गया,
कबीर गूंगा हुआ बावरा, बहरा हुआ कान। ਕੰਨਾਂ ਤੋਂ ਵੀ ਬਹਿਰਾ ਹੋ ਗਿਆ ਮੈਂ, ਹੁਣ ਕੋਈ ਮਿਥਿਆ ਵਾਕ ਮਿਥਿਆ ਨਾਦ ਸੁਣਦਾ ਵੀ ਨਹੀਂ, ਨਿੰਦਾ ਚੁਗਲੀ ਸੁਣਦਾ ਵੀ ਨਹੀਂ। ਪਾਉ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਪੈਰਾਂ ਤੋਂ ਵੀ ਪਿੰਗਲਾ ਹੋ ਗਿਆ। ਸਵਾਮੀ ਰਾਮਾਨੰਦ ਦਾ ਬਸੰਤ ਰਾਗ ਵਿੱਚ ਇੱਕ ਬੜਾ ਪਾਵਨ ਪਵਿੱਤਰ ਸ਼ਬਦ ਹੈ। ਉਹ ਕਹਿੰਦੇ ਨੇ, ਕਤ ਜਾਈਏ ਰੇ ਘਰ ਲਾਗੋ ਰੰਗ। ਹੁਣ ਤੇ ਘਰ ਦੇ 'ਚ ਹੀ ਰੰਗ ਬਣ ਗਏ, ਹੁਣ ਤੇ ਹਿਰਦੇ ਦੇ 'ਚ ਹੀ ਆਨੰਦ ਬਣ ਗਿਆ, ਹੁਣ ਤੇ ਪ੍ਰਮਾਤਮਾ ਜੋਤੀ ਆਪਣੇ ਵਿੱਚੋਂ ਹੀ ਪ੍ਰਗਟ ਹੋ ਗਈ ਹੈ। ਹੁਣ ਤੇ ਅਸੀਂ ਪ੍ਰਮਾਤਮਾ ਦੇ ਸਰੂਪ ਦੇ ਸਮਾ ਗਏ ਹਾਂ। ਹੁਣ ਕਿਹੜੇ ਪਾਸੇ ਜਾਈਏ? ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿਤ ਨਾ ਚਲਤ ਮਨ ਭਇਓ ਪੰਗ। ਮੇਰੀ ਭਟਕਣਾ ਮਿਟ ਗਈ, ਮੇਰਾ ਚਿਤ ਪੰਗ ਹੋ ਗਿਆ, ਪਿੰਗਲਾ ਹੋ ਗਿਆ, ਭਾਵ ਭਟਕਣ ਜੋਗਾ ਨਹੀਂ ਰਿਹਾ। ਇਸੇ ਨੂੰ ਕਬੀਰ ਬਿਆਨ ਕਰਦੇ ਨੇ, ਪਾਉ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਬਾਣੀ ਦਾ ਬਾਣ ਜਪ ਤਪ ਦੁਆਰਾ ਐਸਾ ਮਨ ਨੂੰ ਲੱਗਿਆ, ਮਨ ਪਿੰਗਲਾ ਹੋ ਗਿਆ। ਇੱਕ ਉਰਦੂ ਦਾ ਬਾਕਮਾਲ ਸ਼ਾਇਰ ਗਾਲਿਬ ਇਸ ਤਰ੍ਹਾਂ ਬਿਆਨ ਕਰਦਾ ਹੈ, मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। ये जो मेरे पैर टूट गए ने, चंगा होया है, चंगा होया है। क्यों? मेरे टूटे हुए पाए तलब का मुझ पे ऐसा है। इन्हां टुटे हुए पैरां दा मेरे ते बहुत वड्डा एहसान है। कारण मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। मोहब्बत असल में मखमूर वो राज़े हकीकत है, समझ में आ गया है फिर भी समझाया नहीं जाता। समझ देखते गल आ गई है, समझा नहीं सकते, कह नहीं सकते। पहुंचते गए हाँ, उस अवस्था का बयान नहीं कर सकते, गुंगे हो गया। साहब कहते ने, नानक कथना करड़ा सार। इस अवस्था का कथन करना इंज है मानो लोहा खाना है, लोहा चबना है। भाव ये कथनी करनी बड़ी करड़ी है, हो नहीं सकती, हो नहीं सकती। जिन्हां ने प्राप्त नहीं किया वो बड़े दावे करते हैं, और जिन्हां नूं प्राप्त हो जाता है खामोश हो जाते हैं, और उस अवस्था बारे कहते हैं, नानक कथना करड़ा सार। ये कथन करना बहुत औखा है, बहुत औखा है, नहीं कर सकते, नहीं कर सकते। जत पहरा धीरज सुनियार, अहरण मत वेद हथियार। भौ खला अगन तपताओ, भांडा भाव अमृत तित ढाल। घड़िए शब्द सची टकसाल, जिनको नदर करम तिनकार। नानक नदरी नदर निहाल, नानक नदरी नदर ਨਿਹਾਲ। ਪੰਜ ਖੰਡਾਂ ਦੀ ਸਮਾਪਤੀ ਤੋਂ ਬਾਅਦ ਜਪਜੀ ਸਾਹਿਬ ਦੀ ਇਹ ਆਖਰੀ ਪੌੜੀ ਹੈ 38ਵੀਂ। ਇਸ ਤੋਂ ਬਾਅਦ ਸ਼ਲੋਕ ਹੈ। ਆਰੰਭ ਵਿੱਚ ਇੱਕ ਸ਼ਲੋਕ ਹੈ ਆਦਿ ਸੱਚ ਜੁਗਾਦ ਸੱਚ, ਔਰ ਅਖੀਰ ਵਿੱਚ ਸ਼ਲੋਕ ਹੈ ਪੌਣ ਗੁਰੂ ਪਾਣੀ ਪਿਤਾ। ਇਸ ਨੂੰ ਸਾਹਿਤਕ ਦੁਨੀਆ ਵਿੱਚ ਕਹਿੰਦੇ ਨੇ ਸ਼ੁਰੂਆਤ ਦੀ ਉਪਮਾ ਤੇ ਸਮਾਪਤੀ ਦੀ ਉਪਮਾ, ਉਪਕਰਮ ਉਪਸੰਗਾਰ। ਸ਼ੁਰੂਆਤ ਦੀ ਉਪਮਾ, ਸਮਾਪਤੀ ਦੀ ਉਪਮਾ। ਇਹ ਪੌੜੀ ਸਾਰੇ ਜਪਜੀ ਸਾਹਿਬ ਦਾ ਤਤਸਾਰ ਬਿਆਨ ਕਰ ਰਹੀ ਹੈ। ਕਿਵੇਂ ਘੜੀ ਹੈ ਅਸੀਂ ਆਪਣੇ ਮਨ ਨੂੰ। ਇਤਨਾ ਤੇ ਸਪਸ਼ਟ ਹੈ, ਸਹੀ ਹੈ, मन अनघड़िया है, और अनघड़े मन की पहचान दुखी है, चिंतातुर है, व्याकुल है, परेशान है, भयभीत है।
घड़े होए दी ना तशवीश खैराज ना माल, खौफ ना खता ना तरस जवाल, अब मैं खूब वतन गए पाई, उआ खैर सदा मेरे भाई। उस अवस्था विच नहीं तशवीश ना चिंता, ना गम ना फिक्र। अगर गम है, फिक्र है, चिंता है, व्याकुलता है, परेशानी है, अनंत समस्यावां दे बोझ थले मन दबिया होया है,